Chapter A President Speaks. This inspiring speech was delivered by President APJ Abdul Kalam, born 1931-2015, a scholar and scientist of world renown in Hyderabad. ਇਹ ਜਿਹੜੀ ਪ੍ਰੇਰਨਾਦਾਇਕ ਸਪੀਚ ਹੈ APJ ਅਬਦੁਲ ਕਲਾਮ ਦੁਆਰਾ ਦਿੱਤੀ ਗਈ ਸੀ। ਉਹਨਾਂ ਦੇ ਜਨਮ ਤੇ ਮ੍ਰਿਤਿੂ ਦਾ ਟਾਈਮ ਦੱਸਿਆ ਹੋਇਆ 1931 ਤੋਂ ਲੈ ਕੇ 2015 ਤੱਕ 83 ਸਾਲ ਤੱਕ ਉਹ ਜੀਏ ਅਤੇ ਉਹ ਬਹੁਤ ਅੱਛੇ ਹਿਊਮਨ ਬੀਇੰਗ ਸੀ ਅਤੇ ਹਿਊਮਨ ਵਾਂਟ ਅਤੇ ਸਫਰਿੰਗ ਵੱਲ ਉਹਨਾਂ ਦਾ ਜ਼ਿਆਦਾ ਸੈਂਸਿਟੀਵਿਟੀ ਸੀ ਕਿ ਮਨੁੱਖ ਦੀਆਂ ਜਿਹੜੀਆਂ ਜ਼ਰੂਰਤਾਂ ਹੈ ਅਤੇ ਉਹਨੂੰ ਜਿਹੜੀਆਂ ਤਕਲੀਫਾਂ ਹੋ ਰਹੀਆਂ ਨੇ ਅੱਜ ਦੀ ਦੁਨੀਆ ਦੇ ਵਿੱਚ ਉਹਦੇ ਬਾਰੇ ਬਹੁਤ ਸੰਵੇਦਨਸ਼ੀਲ ਸੀਗੇ। 1997 ਦੇ ਵਿੱਚ ਉਹਨਾਂ ਨੂੰ ਭਾਰਤ ਰਤਨ ਅਵਾਰਡ ਵੀ ਮਿਲਿਆ ਗਿਆ ਜਿਹਨੂੰ ਕਿ ਬਹੁਤ ਹੀ ਵੱਧ ਮਾਣ ਵਾਲਾ ਅਵਾਰਡ ਮੰਨਿਆ ਜਾਂਦਾ ਹੈ। ਅਤੇ ਜਿਹੜੇ ਇੰਟਰਨੈੱਟ 'ਤੇ ਉਹਨਾਂ ਦੀ ਸਾਈਟ ਹੈਗੀ ਆ ਉਹ ਵੀ ਮਦਰ ਫਾਦਰ ਟੀਚਰ ਐਂਡ ਆਲਮਾਈਟੀ ਨੂੰ ਡੈਡੀਕੇਟਿਡ ਹੈਗੀ ਆ। ਵਨ ਕੈਨ ਲਰਨ ਅ ਗ੍ਰੇਟ ਡੀਲ ਫਰੋਮ ਹੀਜ਼ ਅਦਰ ਸਪੀਚਿਸ ਟੂ। ਉਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਸਪੀਚਿਸ ਦਿੱਤੀਆਂ ਅਤੇ ਉਹਨਾਂ ਤੋਂ ਵੀ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਹੁਣ ਇੱਥੋਂ ਚੈਪਟਰ ਸ਼ੁਰੂ ਹੁੰਦਾ ਹੈ। ਚੈਪਟਰ ਹੈਗਾ ਆਰਟੀਕਲ, ਜਿਹੜੀ ਕਿ ਉਹਨਾਂ ਨੇ ਸਪੀਚ ਦਿੱਤੀ ਸੀਗੀ ਉਹ ਸਾਰੀ ਸਪੀਚ ਇੱਥੇ ਲਿਖੀ ਹੋਈ ਹੈ। ਇਹ ਉਹਨਾਂ ਦੇ ਵੱਲੋਂ ਹੀ ਕਿਹਾ ਗਿਆ ਹੈ ਸਾਰਾ। ਆਈ ਹੈਵ 3 ਵਿਜ਼ਨਸ ਫॉर ਇੰਡੀਆ। ਹੁਣ ਡਾਕਟਰ ਕਲਾਮ ਕਹਿ ਰਹੇ ਨੇ ਕਿ ਇੰਡੀਆ ਦੇ ਲਈ ਮੇਰੇ 3 ਸੁਪਨੇ ਹਨ। ਇੱਕ ਸੁਪਨਾ ਹੁੰਦਾ ਡਰੀਮ, ਜਿਹੜਾ ਆਪਾਂ ਸੌਣ ਤੋਂ ਬਾਅਦ ਦੇਖਦੇ ਹਾਂ। ਵਿਜ਼ਨ ਹੁੰਦਾ ਜਿਹੜਾ ਜਾਗਦੀਆਂ ਅੱਖਾਂ ਨਾਲ ਦੇਖਿਆ ਗਿਆ ਸੁਪਨਾ ਹੁੰਦਾ। ਅਤੇ ਉਹਨਾਂ ਦੇ 3 ਸੁਪਨੇ ਹਨ। In 3000 years of our history, people from all over the world have come and invaded us, captured our lands, conquered our minds. ਕਹਿੰਦੇ ਸਾਡੀ ਹਿਸਟਰੀ ਵਿੱਚ 3000 ਸਾਲਾਂ ਤੋਂ ਲੋਕੀ ਸਾਡੀ ਕੰਟਰੀ 'ਚ ਆ ਰਹੇ ਨੇ, ਇਨਵੇਡ ਕਰਦੇ ਪਏ ਨੇ, ਹਮਲੇ ਕਰਦੇ ਪਏ ਨੇ, ਸਾਡੀਆਂ ਜ਼ਮੀਨਾਂ ਨੂੰ ਕੈਪਚਰ ਕਰਦੇ ਨੇ ਅਤੇ ਸਾਡੇ ਦਿਮਾਗਾਂ ਨੂੰ ਵੀ ਕੰਕਰ ਕਰਦੇ ਪਏ ਨੇ, ਸਾਡੇ ਦਿਮਾਗਾਂ ਨੂੰ ਵੀ ਜਿੱਤਦੇ ਪਏ ਨੇ। ਫਰੋਮ ਅਲੈਗਜ਼ੈਂਡਰ ਔਨਵਰਡਸ, ਸਿਕੰਦਰ ਤੋਂ ਲੈ ਕੇ the Greeks, the Turks, the Mughals, the Portuguese, the British, the French, the Dutch, all of them came and looted us, took over what was ours. ਇੰਨੇ ਸਾਲਾਂ ਤੋਂ ਆ ਸਾਰੇ ਜਿੰਨੇ ਵੀ ਇੱਥੇ ਦੱਸੇ ਨੇ ਗ੍ਰੀਕ, ਤੁਰਕ, ਮੁਗਲ, ਪੋਰਟੁਗੀਜ਼, ਬ੍ਰਿਟਿਸ਼ ਵਗੈਰਾ ਸਾਰੇ ਜਦੋਂ ਵੀ ਆਏ ਨੇ ਇਹ ਹਮੇਸ਼ਾ ਆ ਕੇ ਸਾਨੂੰ ਲੁੱਟਦੇ ਰਹੇ ਨੇ ਅਤੇ ਸਭ ਕੁਝ ਉਹ ਲੈ ਗਏ ਨੇ ਜੋ ਕਿ ਸਾਡਾ ਸੀਗਾ। ਠੀਕ ਹੈ। ਅਤੇ yet we have not done this to any other nation. ਫਿਰ ਵੀ ਅਸੀਂ ਕਿਸੇ ਹੋਰ ਨੇਸ਼ਨ ਦੇ ਲਈ ਇੱਦਾਂ ਨਹੀਂ ਕੀਤਾ। we have not conquered anyone. ਅਸੀਂ ਕਿਸੇ ਨੂੰ ਨਹੀਂ ਜਿੱਤਿਆ। we have not grabbed their lands, their culture and their history and tried to enforce our way of life on them. why? ਅਸੀਂ ਕਦੇ ਕਿਸੇ ਨੂੰ ਨਹੀਂ ਜਿੱਤਿਆ, ਕਿਸੇ ਦੀ ਲੈਂਡ ਦੇ ਉੱਤੇ ਕਬਜ਼ਾ ਨਹੀਂ ਕੀਤਾ, ਕਿਸੇ ਦੇ ਕਲਚਰ ਨੂੰ ਨਹੀਂ ਵਿਗਾੜਿਆ ਅਤੇ ਉਹਨਾਂ ਦੀ ਹਿਸਟਰੀ ਨੂੰ ਵੀ ਖਰਾਬ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਕਿਸੇ ਨੂੰ ਕਦੀ ਇਨਫੋਰਸ ਨਹੀਂ ਕੀਤਾ, ਆਪਣੀ ਲਾਈਫ ਸਟਾਈਲ ਨੂੰ ਉਹਨਾਂ 'ਤੇ ਇਨਫੋਰਸ ਨਹੀਂ ਕੀਤਾ ਵੀ ਸਾਡੀ ਲਾਈਫ ਸਟਾਈਲ ਜ਼ਿਆਦਾ ਵਧੀਆ, ਇਹਨੂੰ ਅਪਣਾਓ। ਵਾਈ? ਕਿਉਂ ਨਹੀਂ ਕੀਤਾ ਅਸੀਂ? ਦਿਸ ਇਜ਼ ਬਿਕੋਜ਼ ਵੀ ਰਿਸਪੈਕਟ ਦਾ ਫਰੀਡਮ ਆਫ ਅਦਰਸ। ਇਹ ਤਾਂ ਕਰਕੇ ਹੈ ਕਿਉਂਕਿ ਅਸੀਂ ਦੂਸਰਿਆਂ ਦੀ ਆਜ਼ਾਦੀ ਦੀ ਰਿਸਪੈਕਟ ਕਰਦੇ ਹਾਂ। ਦੈਟ ਇਜ਼ ਵਾਈ ਮਾਈ ਫਸਟ ਵਿਜ਼ਨ ਇਜ਼ ਦੈਟ ਆਫ ਫਰੀਡਮ। ਇਸ ਲਈ ਮੇਰਾ ਪਹਿਲਾ ਸੁਪਨਾ ਫਰੀਡਮ ਦਾ ਹੀ ਹੈ ਕਿ ਲੋਕੀ ਵੀ ਦੂਸਰੇ ਵੀ ਸਾਡੀ ਰਿਸਪੈਕਟ ਕਰਨ, ਸਾਡੀ ਆਜ਼ਾਦੀ ਦੀ ਰਿਸਪੈਕਟ ਕਰਨ। ਆਈ ਬਿਲੀਵ ਦੈਟ ਇੰਡੀਆ ਗੋਟ ਇਟਸ ਫਸਟ ਵਿਜ਼ਨ ਆਫ ਦਿਸ ਇਨ 1857 ਵੈਨ ਵੀ ਸਟਾਰਟਡ ਦ ਵਾਰ ਆਫ ਇੰਡੀਪੈਂਡੈਂਸ। ਮੈਂ ਵਿਸ਼ਵਾਸ ਕਰਦਾ ਹਾਂ ਕਿ ਭਾਰਤ ਨੇ ਸਭ ਤੋਂ ਪਹਿਲਾਂ ਆਜ਼ਾਦੀ ਦਾ ਸੁਪਨਾ ਉਦੋਂ ਦੇਖਿਆ ਸੀ ਜਦੋਂ ਇਹਨੇ ਸਭ ਤੋਂ ਪਹਿਲਾਂ ਆਜ਼ਾਦੀ ਦੇ ਲਈ ਆਪਣੀ ਲੜਾਈ ਲੜਨੀ ਸ਼ੁਰੂ ਕੀਤੀ ਸੀਗੀ 1857 ਦੇ ਵਿੱਚ। ਇਟ ਇਜ਼ ਦਿਸ ਫਰੀਡਮ ਦੈਟ ਵੀ ਮਸਟ ਪ੍ਰੋਟੈਕਟ ਐਂਡ ਨਰਚਰ ਐਂਡ ਬਿਲਡ ਔਨ। ਇਹ ਉਹੀ ਆਜ਼ਾਦੀ ਹੈ ਜਿਹਨੂੰ ਸਾਨੂੰ ਪ੍ਰੋਟੈਕਟ ਕਰਕੇ ਰੱਖਣਾ ਚਾਹੀਦਾ, ਨਰਚਰ ਕਰਨਾ ਚਾਹੀਦਾ, ਦਾ ਪਾਲਣ ਪੋਸ਼ਣ ਕਰਨਾ ਚਾਹੀਦਾ, ਹੋਰ ਵਧਾਉਣੀ ਚਾਹੀਦੀ, ਅੱਗੇ ਸੰਭਾਲ ਲਈਏ ਐਂਡ ਬਿਲਡ ਔਨ, ਅਤੇ ਇਹਨੂੰ ਅੱਗੇ ਇੱਦਾਂ ਹੀ ਬਣਾ ਕੇ ਰੱਖੀਏ। ਇਫ ਵੀ ਆਰ ਨਾਟ ਫਰੀ ਨੋ ਵਨ ਵਿਲ ਰਿਸਪੈਕਟ ਅਸ। ਜੇ ਅਸੀਂ ਆਜ਼ਾਦ ਨਹੀਂ ਹਾਂ ਕੋਈ ਵੀ ਸਾਡੀ ਰਿਸਪੈਕਟ ਨਹੀਂ ਕਰੇਗਾ। ਮਾਈ ਸੈਕਿੰਡ ਵਿਜ਼ਨ ਫॉर ਇੰਡੀਆ ਇਜ਼ ਡਿਵੈਲਪਮੈਂਟ। ਮੇਰਾ ਦੂਸਰਾ ਸੁਪਨਾ ਕੀ ਹੈ? ਡਿਵੈਲਪਮੈਂਟ, ਭਾਰਤ ਦੀ ਪ੍ਰਗਤੀ। ਫॉर 50 years ਵੀ ਹੈਵ ਬੀਨ ਅ ਡਿਵੈਲਪਿੰਗ ਨੇਸ਼ਨ। ਪਿਛਲੇ 50 ਸਾਲਾਂ ਤੋਂ ਅਸੀਂ ਇੱਕ ਡਿਵੈਲਪਿੰਗ ਨੇਸ਼ਨ ਦੇ ਰੂਪ ਵਿੱਚ ਜਾਣੇ ਜਾ ਰਹੇ ਹਾਂ। ਇਟ ਇਜ਼ ਟਾਈਮ ਵੀ ਸੀ ਆਵਰਸੈਲਵਸ ਐਜ਼ ਅ ਡਿਵੈਲਪਡ ਨੇਸ਼ਨ। ਹੁਣ ਟਾਈਮ ਆ ਗਿਆ ਹੈ ਕਿ ਅਸੀਂ ਡਿਵੈਲਪਡ ਨੇਸ਼ਨ ਦੇ ਵਾਂਗੂ ਆਪਣੇ ਆਪ ਨੂੰ ਮੰਨ ਲਈਏ। ਡਿਵੈਲਪਿੰਗ ਨਹੀਂ, ਅਸੀਂ ਡਿਵੈਲਪ ਕਰ ਚੁੱਕੇ ਹਾਂ। ਵੀ ਆਰ ਅਮੰਗ ਟੋਪ 5 ਨੇਸ਼ਨਸ ਆਫ ਦ ਵਰਲਡ ਇਨ ਟਰਮ ਆਫ GDP ਦੇ ਅਕੋਰਡਿੰਗ ਦੇਖੀਏ ਵਿੱਚ ਉਹਦੇ ਵਿੱਚ ਸਾਡਾ ਜਿਹੜਾ ਸਥਾਨ ਹੈ
पहले 5 नेशनस ਦੇ ਵਿੱਚ ਆਉਂਦਾ। वी हैव 10% growth rate in most areas, ज़्यादातर एरियाज़ ਵਿੱਚ ਪੂਰੇ 10% growth rate ਹੈਗਾ ਸਾਡਾ। ਔਰ ਪਾਵਰਟੀ ਲੈਵਲਸ ਆਰ ਫਾਲਿੰਗ, ਸਾਡੀ ਜਿਹੜੀ ਗਰੀਬੀ ਦੇ ਲੈਵਲ ਨੇ ਉਹ ਫਾਲ ਕਰ ਰਹੇ ਨੇ, ਗਿਰ ਰਹੇ ਨੇ। ਔਰ ਅਚੀਵਮੈਂਟਸ ਆਰ ਬੀਇੰਗ ਗਲੋਬਲੀ ਰਿਕੋਗਨਾਈਜ਼ਡ ਟੂਡੇ। ਗਲੋਬਲੀ ਦਾ ਮਤਲਬ ਹੁੰਦਾ ਪੂਰੀ ਅਰਥ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਸਾਡੀ ਜਿਹੜੀ ਅਚੀਵਮੈਂਟਸ ਹੈ ਉਹ ਪਹਿਚਾਨੀਆਂ ਜਾ ਰਹੀਆਂ ਨੇ, ਜਾਣੀਆਂ ਜਾ ਰਹੀਆਂ, ਰਿਕੋਗਨਾਈਜ਼ ਕੀਤੀਆਂ ਜਾ ਰਹੀਆਂ ਨੇ। ਯੈਟ ਵੀ ਲੈਕ ਦ ਸੈਲਫ ਕੌਨਫੀਡੈਂਸ। ਲੈਕ ਦਾ ਮਤਲਬ ਘੱਟ ਹੋਣਾ, ਅਤੇ ਸਾਡੇ 'ਚ ਫਿਰ ਵੀ ਸੈਲਫ ਕੌਨਫੀਡੈਂਸ ਘੱਟ ਹੈ। ਟੂ ਸੀ ਆਵਰਸੈਲਫ ਐਜ਼ ਅ ਡਿਵੈਲਪਡ ਨੇਸ਼ਨ, ਕਿ ਅਸੀਂ ਆਪਣੇ ਆਪ ਨੂੰ ਇੱਕ ਵਿਕਸਿਤ ਹੋ ਚੁੱਕੀ ਕੰਟਰੀ ਵਾਂਗੂ ਨਹੀਂ ਦੇਖ ਪਾ ਰਹੇ। ਸੈਲਫ ਰਿਲਾਇੰਟ ਐਂਡ ਸੈਲਫ ਐਸ਼ੋਰਡ, ਜਿਹੜੀ ਕਿ ਸੈਲਫ ਰਿਲਾਇੰਟ ਹੈ, ਆਪਣੇ ਉੱਤੇ ਡਿਪੈਂਡੈਂਟ ਹੈ, ਅਤੇ ਜਿਹਨੂੰ ਆਪਣੇ ਉੱਤੇ ਪੂਰਾ ਵਿਸ਼ਵਾਸ ਹੈਗਾ। ਇਜ਼ਨਟ ਦਿਸ ਇਨਕੋਰੈਕਟ, ਕੀ ਇਹ ਗਲਤ ਗੱਲ ਨਹੀਂ ਹੈ। ਆਈ ਹੈਵ ਅ ਥਰਡ ਵਿਜ਼ਨ, ਅਤੇ ਮੇਰਾ ਤੀਸਰਾ ਸੁਪਨਾ ਵੀ ਹੈ। ਇੰਡੀਆ ਮਸਟ ਸਟੈਂਡ ਅਪ ਟੂ ਦ ਵਰਲਡ ਬਿਕੋਜ਼ ਆਈ ਬਿਲੀਵ that unless India stands up to the world, no one will respect us। ਭਾਰਤ ਨੂੰ ਖੜੇ ਹੋਣਾ ਚਾਹੀਦਾ ਹੈ, ਪੂਰੀ ਦੁਨੀਆ ਦੇ ਸਾਹਮਣੇ ਆਉਣਾ ਚਾਹੀਦਾ ਉਹਨੂੰ, ਕਿਉਂਕਿ ਮੇਰਾ ਵਿਸ਼ਵਾਸ ਹੈ ਕਿ ਜਦ ਤੱਕ ਇੰਡੀਆ ਦੂਸਰਿਆਂ ਦੇ ਸਾਹਮਣੇ ਨਹੀਂ ਆਉਂਦਾ, ਕੋਈ ਵੀ ਸਾਡੀ ਇੱਜ਼ਤ ਨਹੀਂ ਕਰੇਗਾ। ਜਦ ਤੱਕ ਅਸੀਂ ਆਪਣੇ ਆਪ ਨੂੰ ਸਾਬਿਤ ਨਹੀਂ ਕਰ ਦਿੰਦੇ, ਕੋਈ ਵੀ ਸਾਡੀ ਇੱਜ਼ਤ ਨਹੀਂ ਕਰੇਗਾ। ਓਨਲੀ ਸਟਰੈਂਥ ਰਿਸਪੈਕਟ ਸਟਰੈਂਥ, ਕਿਉਂਕਿ ਤਾਕਤ ਦੀ ਰਿਸਪੈਕਟ ਹੀ ਤਾਕਤ ਕਰਦੀ ਹੈ। We must be strong not only as military power but also as an economic power। ਸਾਡੀ ਸਿਰਫ ਸੈਨਾ ਹੀ ਸਟਰੋਂਗ ਨਾ ਹੋਵੇ, ਮਿਲਟਰੀ ਪਾਵਰ ਹੀ ਨਹੀਂ, ਬਲਕਿ ਆਰਥਿਕ ਤੌਰ 'ਤੇ ਵੀ ਸਾਡੇ ਕੋਲ ਪਾਵਰ ਹੋਵੇ, ਅਸੀਂ ਸਟਰੋਂਗ ਹੋ ਜਾਈਏ। ਬੋਥ ਮਸਟ ਗੋ ਹੈਂਡ ਇਨ ਹੈਂਡ। ਇਹ ਜਿਹੜੀ ਸੈਨਿਕ ਸ਼ਕਤੀ ਅਤੇ ਆਰਥਿਕ ਸ਼ਕਤੀ ਹੈ, ਦੋਨੋਂ ਨਾਲ ਨਾਲ ਚੱਲਣੀਆਂ ਚਾਹੀਦੀਆਂ ਹਨ। ਮਾਈ ਗੁੱਡ ਫੋਰਚੂਨ ਵਾਜ਼ ਟੂ ਹੈਵ ਵਰਕਡ ਵਿਦ 3 ਗ੍ਰੇਟ ਮਾਈਂਡਸ। ਮੇਰਾ ਬਹੁਤ ਸੁਭਾਗ ਸੀ ਕਿ ਮੈਨੂੰ 3 ਇਹਨਾਂ ਮਹਾਨ ਹਸਤੀਆਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਡਾਕਟਰ ਵਿਕਰਮ ਸਾਰਾਭਾਈ ਆਫ ਦ ਡਿਪਾਰਟਮੈਂਟ ਆਫ ਸਪੇਸ, ਪ੍ਰੋਫੈਸਰ ਸਤੀਸ਼ ਧਵਨ who succeeded him and ਡਾਕਟਰ ਬ੍ਰਹਮ ਪ੍ਰਕਾਸ਼, ਫਾਦਰ ਆਫ ਨਿਊਕਲੀਅਰ ਮਟੀਰੀਅਲ। ਇੱਕ ਤਾਂ ਡਾਕਟਰ ਵਿਕਰਮ ਸਾਰਾਭਾਈ ਸੀ ਸਪੇਸ ਡਿਪਾਰਟਮੈਂਟ ਦੇ, ਅਤੇ ਜਿਹੜੇ ਉਹਨਾਂ ਤੋਂ ਬਾਅਦ ਆਏ ਪ੍ਰੋਫੈਸਰ ਸਤੀਸ਼ ਧਵਨ ਅਤੇ ਡਾਕਟਰ ਬ੍ਰਹਮ ਪ੍ਰਕਾਸ਼, ਜਿਨ੍ਹਾਂ ਨੂੰ ਕਿ ਫਾਦਰ ਆਫ ਨਿਊਕਲੀਅਰ ਮਟੀਰੀਅਲ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। ਆਈ ਵਾਜ਼ ਲੱਕੀ ਟੂ ਹੈਵ ਵਰਕਡ ਵਿਦ ਆਲ 3 ਆਫ ਦੈਮ ਕਲੋਜ਼ਲੀ। ਮੈਂ ਨੇੜਿਓਂ ਇਹਨਾਂ ਤਿੰਨਾਂ ਨਾਲ ਕੰਮ ਕੀਤਾ ਅਤੇ ਮੈਂ ਬਹੁਤ ਲੱਕੀ ਸੀ ਇਸ ਕੰਮ ਲਈ। ਐਂਡ ਕੰਸੀਡਰ ਦਿਸ ਦ ਗ੍ਰੇਟ ਓਪਰਚੁਨਿਟੀ ਆਫ ਮਾਈ ਲਾਈਫ, ਅਤੇ ਮੈਂ ਇਹਨੂੰ ਆਪਣੀ ਜ਼ਿੰਦਗੀ ਦਾ ਬਹੁਤ ਬਿਹਤਰੀਨ ਮੌਕਾ ਮੰਨਦਾ ਹਾਂ। ਵੀ ਹੈਵ ਸੋ ਮੈਨੀ ਅਮੇਜ਼ਿੰਗ ਸਕਸੈਸ ਸਟੋਰੀਜ਼ ਬਟ ਵੀ ਰਿਫਿਊਜ਼ ਟੂ ਐਕਨੋਲੇਜ ਦੈਮ। ਵਾਈ? ਸਾਡੇ ਬਹੁਤ ਸਾਰੀਆਂ ਸਾਡੇ ਕੋਲ ਸਕਸੈਸ ਸਟੋਰੀਜ਼ ਹੈਗੀਆਂ। ਸਾਡੀ ਕੰਟਰੀ ਨੇ ਮਹਾਨ ਜਿਹੜੇ ਆਦਮੀ ਰਹੇ ਨੇ ਕੰਟਰੀ ਦੇ, ਵੱਡੇ ਵੱਡੇ ਕੰਮ ਕਰਨ ਵਾਲੇ, ਉਹਨਾਂ ਨੇ ਬਹੁਤ ਸਕਸੈਸ ਸਟੋਰੀਜ਼ ਸਾਨੂੰ ਦਿੱਤੀਆਂ ਨੇ, ਲੇਕਿਨ ਸਾਨੂੰ ਉਹਨਾਂ ਬਾਰੇ ਨਹੀਂ ਪਤਾ। ਅਸੀਂ ਰਿਫਿਊਜ਼ ਕਰ ਦਿੰਦੇ ਕਿ ਹਾਂ ਸਾਡੀ ਵੀ ਕੋਈ ਸਕਸੈਸ ਸਟੋਰੀਜ਼ ਹੈਗੀਆਂ ਨੇ। ਕਿਉਂ ਕਰਦੇ ਹਾਂ ਅਸੀਂ ਇੱਦਾਂ? ਵਾਈ? ਵੀ ਆਰ ਦਾ ਫਸਟ ਇਨ ਮਿਲਕ ਪ੍ਰੋਡਕਸ਼ਨ। ਦੁੱਧ ਦੀ ਪੈਦਾਵਾਰ 'ਚ ਅਸੀਂ ਪਹਿਲੇ ਨੰਬਰ 'ਤੇ ਹਾਂ। ਵੀ ਆਰ ਨੰਬਰ 1 ਇਨ ਰਿਮੋਟ ਸੈਂਸਿੰਗ ਸੈਟੇਲਾਈਟਸ। ਠੀਕ ਹੈ, ਜਿਹੜੀਆਂ ਸੈਟੇਲਾਈਟਸ ਰਿਮੋਟ ਸੈਂਸਰ ਦੇ ਨਾਲ ਚੱਲਦੀਆਂ ਨੇ, ਉਹਦੇ ਵਿੱਚ ਅਸੀਂ ਨੰਬਰ 1 ਆ। ਵੀ ਆਰ ਦਾ ਸੈਕਿੰਡ ਲਾਰਜੈਸਟ ਪ੍ਰੋਡਿਊਸਰ ਆਫ ਵੀਟ ਪ੍ਰੋਡਿਊਸ ਕਰਨ ਦੇ ਵਿੱਚ ਅਸੀਂ ਸੈਕਿੰਡ ਆ। ਵੀ ਆਰ ਦਾ ਸੈਕਿੰਡ ਲਾਰਜੈਸਟ ਪ੍ਰੋਡਿਊਸਰ ਆਫ ਰਾਈਸ, ਅਤੇ ਚਾਵਲਾਂ ਦੀ ਪੈਦਾਵਾਰ ਵਿੱਚ ਵੀ ਅਸੀਂ ਸੈਕਿੰਡ ਲਾਰਜੈਸਟ ਹਾਂ। ਅਨਦਰ ਕੁਐਸਚਨ, ਦੂਸਰਾ ਸਵਾਲ ਇਹ ਆ, ਵਾਈ ਆਰ ਵੀ ਐਜ਼ ਅ ਨੇਸ਼ਨ ਸੋ ਅਬਸੈਸਡ ਵਿਦ ਫੋਰਨ ਥਿੰਗਸ। ਅਸੀਂ ਇੱਕ ਰਾਸ਼ਟਰ ਦੇ ਤੌਰ 'ਤੇ ਫੋਰਨ ਥਿੰਗਸ ਦਾ ਸਾਡੇ ਉੱਤੇ ਕਿਉਂ ਇੰਨਾ ਜ਼ਿਆਦਾ ਜਨੂੰਨ ਸਵਾਰ ਹੈ ਕਿ ਅਸੀਂ ਬ੍ਰਾਂਡਡ ਚੀਜ਼ਾਂ ਪਾਉਣੀਆਂ, ਦੂਸਰੀ ਕੰਟਰੀ ਦੀ ਚੀਜ਼ਾਂ ਬਹੁਤ ਵਧੀਆ ਨੇ, ਉਹਦੇ ਨਾਲ ਅਸੀਂ ਓਬਸੈਸਡ ਹੋਏ ਹਾਂ। ਵਾਈ ਡੂ ਵੀ ਵਾਂਟ ਫੋਰਨ ਟੀਵੀਜ਼? ਸਾਨੂੰ ਫੋਰਨ ਟੀਵੀਜ਼ ਹੀ ਕਿਉਂ ਚਾਹੀਦੇ ਨੇ? ਵਾਈ ਡੂ ਵੀ ਵਾਂਟ ਫੋਰਨ ਸ਼ਰਟਸ? ਵਾਈ ਡੂ ਵੀ ਵਾਂਟ ਫੋਰਨ ਟੈਕਨੋਲੋਜੀ? ਵਾਈ ਦਿਸ ਓਬਸੈਸ਼ਨ ਵਿਦ ਐਵਰੀਥਿੰਗ ਇੰਪੋਰਟਡ? ਹਰੇਕ ਇੰਪੋਰਟਡ ਚੀਜ਼ ਦੇ ਨਾਲ ਸਾਡਾ ਓਬਸੈਸ਼ਨ ਕਿਉਂ ਹੈ? ਇੰਨਾ ਜਨੂੰਨ ਕਿਉਂ ਭਰਿਆ ਹੋਇਆ? ਕਿਉਂ ਚਾਹੁੰਦੇ ਹਾਂ ਅਸੀਂ ਦੂਸਰੀਆਂ ਬਾਹਰ ਦੀ ਕੰਟਰੀ ਦੀਆਂ ਚੀਜ਼ਾਂ? ਡੂ ਵੀ ਨਾਟ ਰੀਅਲਾਈਜ਼ ਦੈਟ ਸੈਲਫ ਰਿਸਪੈਕਟ ਕਮਜ਼ ਵਿਦ ਸੈਲਫ ਰਿਲਾਇੰਸ? ਕਿ ਸਾਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੈ ਕਿ ਸੈਲਫ ਰਿਸਪੈਕਟ ਜਿਹੜੀ ਹੈ ਉਹ ਸੈਲਫ ਡਿਪੈਂਡੈਂਸ ਦੇ ਨਾਲ ਹੀ ਆਉਂਦੀ ਹੈ। ਜੇ ਅਸੀਂ ਸੈਲਫ ਡਿਪੈਂਡੈਂਟ ਹੋਵਾਂਗੇ ਤਾਂ ਹੀ ਸੈਲਫ ਰਿਸਪੈਕਟ ਆਉਂਦੀ ਹੈ। I was in Hyderabad giving this lecture when a 14-year-old girl asked me for my autograph। ਮੈਂ ਹੈਦਰਾਬਾਦ ਵਿੱਚ ਲੈਕਚਰ ਦੇ ਰਿਹਾ ਸੀ ਜਦੋਂ ਇੱਕ 14 ਸਾਲ ਦੀ ਕੁੜੀ ਮੇਰੇ ਕੋਲ ਆਈ ਅਤੇ ਮੇਰੇ ਤੋਂ ਆਟੋਗ੍ਰਾਫ ਮੰਗਣ ਲੱਗੀ।
I asked her what her goal in life is. ਮੈਂ ਉਹਨੂੰ ਪੁੱਛਿਆ ਕਿ ਉਹਦੀ ਜ਼ਿੰਦਗੀ ਦਾ ਕੀ ਏਮ ਹੈਗਾ। She replied, I want to live in a developed India. ਮੈਂ ਇੱਕ ਵਿਕਸਿਤ ਇੰਡੀਆ ਦੇ ਵਿੱਚ ਰਹਿਣਾ ਚਾਹੁੰਦੀ ਹਾਂ। ਉਹਦਾ ਇਹ ਉੱਤਰ ਸੀ। For her, ਉਸ ਕੁੜੀ ਦੇ ਲਈ, you and I will have to build this developed India. ਉਸ ਕੁੜੀ ਲਈ ਸਾਨੂੰ, ਮੈਨੂੰ ਤੇ ਤੁਹਾਨੂੰ ਮਿਲ ਕੇ ਇਹ ਡਿਵੈਲਪਡ ਇੰਡੀਆ ਬਣਾਉਣਾ ਪਏਗਾ। You must proclaim, ਤੁਹਾਨੂੰ ਖੁੱਲ੍ਹ ਕੇ ਬੋਲਣਾ ਚਾਹੀਦਾ ਹੈ, ਇੰਡੀਆ ਇਜ਼ ਨਾਟ ਐਨ ਅੰਡਰ ਡਿਵੈਲਪਡ ਨੇਸ਼ਨ, ਕਿ ਇੰਡੀਆ ਅੰਡਰ ਡਿਵੈਲਪਡ ਨਹੀਂ ਹੈ। ਇਟ ਇਜ਼ ਅ ਹਾਈਲੀ ਡਿਵੈਲਪਡ ਨੇਸ਼ਨ, ਇਹ ਬਹੁਤ ਜ਼ਿਆਦਾ ਹਾਈਲੀ ਵਿਕਸਿਤ ਦੇਸ਼ ਹੈ। ਡੂ ਯੂ ਹੈਵ 10 ਮਿੰਟਸ, ਕੀ ਤੁਹਾਡੇ ਕੋਲ 10 ਮਿੰਟ ਹੈਗੇ ਨੇ? ਅਲਾਓ ਮੀ ਟੂ ਟੇਕ ਯੂ ਵਿਦ ਅ ਵੈਂਜੀਅੰਸ, ਮੈਨੂੰ ਇਜਾਜ਼ਤ ਦਿਓ ਕਿ ਮੈਂ ਤੁਹਾਨੂੰ ਇਹਦਾ ਬਦਲਾ ਦੇ ਸਕਾਂ। ਗਿਵ 10 ਮਿੰਟਸ ਫॉर ਯੂਰ ਕੰਟਰੀ ਐਂਡ ਰੀਡ ਔਨ, ਤੁਸੀਂ ਮੈਨੂੰ ਬਸ 10 ਮਿੰਟ ਦੇ ਦਿਓ ਅਤੇ ਅੱਗੇ ਪੜ੍ਹੋ। ਯੂ ਸੇ ਦੈਟ ਆਰ ਗੌਰਮੈਂਟ ਇਜ਼ ਇਨਐਫੀਸ਼ੀਐਂਟ, ਤੁਸੀਂ ਕਹਿੰਦੇ ਹੋ ਕਿ ਸਾਡੀ ਜਿਹੜੀ ਸਰਕਾਰ ਹੈ ਉਹ ਨਾ ਕਾਬਿਲ ਹੈ, ਕਾਬਿਲ ਨਹੀਂ ਹੈਗੀ। ਯੂ ਸੇ ਦੈਟ ਆਰ ਲਾਜ਼ ਆਰ ਟੂ ਓਲਡ, ਤੁਸੀਂ ਕਹਿੰਦੇ ਹੋ ਸਾਡੇ ਕਾਨੂੰਨ ਜਿਹੜੇ ਆ ਬਹੁਤ ਹੀ ਪੁਰਾਣੇ ਆ। ਯੂ ਸੇ ਦੈਟ ਦ ਮਿਊਨਿਸਪੈਲਿਟੀ ਡਜ਼ ਨਾਟ ਪਿਕ ਅਪ ਦ ਗਾਰਬੇਜ, ਤੁਸੀਂ ਕਹਿੰਦੇ ਹੋ ਮਿਊਨਿਸਪੈਲਿਟੀ ਵਾਲੇ ਕੂੜਾ ਨਹੀਂ ਚੱਕਦੇ। ਯੂ ਸੇ ਦੈਟ ਦ ਫੋਨਸ ਡੋਂਟ ਵਰਕ, ਦ ਰੇਲਵੇਜ਼ ਆਰ ਅ ਜੋਕ, ਦ ਏਅਰਲਾਈਨ ਇਜ਼ ਦ ਵਰਸਟ ਇਨ ਦ ਵਰਲਡ, ਹਰ ਚੀਜ਼ ਦੀ ਬੁਰਾਈ ਕਰ ਰਹੇ ਹੋ ਤੁਸੀਂ। ਤੁਸੀਂ ਕਹਿੰਦੇ ਹੋ ਫੋਨ ਨਹੀਂ ਕੰਮ ਕਰਦੇ, ਰੇਲਵੇ ਤਾਂ ਇੱਕ ਮਜ਼ਾਕ ਹੀ ਹੈ, ਅਤੇ ਜਿਹੜੀਆਂ ਏਅਰਲਾਈਨਸ ਆ ਸਾਡੀਆਂ ਉਹ ਤਾਂ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਬੇਕਾਰ ਹੈ। ਯੂ ਸੇ ਦੈਟ ਮੇਲਸ ਨੈਵਰ ਰੀਚ ਦੇਅਰ ਡੈਸਟੀਨੇਸ਼ਨ, ਤੁਸੀਂ ਕਹਿੰਦੇ ਹੋ ਜਿਹੜੀਆਂ ਮੇਲਸ ਆਉਂਦੀਆਂ ਉਹ ਆਪਣੇ ਡੈਸਟੀਨੇਸ਼ਨ 'ਤੇ, ਆਪਣੇ ਜਿੱਥੇ ਪਹੁੰਚਣਾ ਹੁੰਦਾ ਉੱਥੇ ਨਹੀਂ ਪਹੁੰਚਦੀਆਂ। ਯੂ ਸੇ ਦੈਟ ਆਰ ਕੰਟਰੀ ਹੈਜ਼ ਬੀਨ ਫੈਡ ਟੂ ਦ ਡੌਗਸ ਐਂਡ ਇਜ਼ ਦ ਐਬਸੋਲਿਊਟ ਪਿਟਸ, ਤੁਸੀਂ ਇਹ ਵੀ ਕਹਿੰਦੇ ਹੋ ਕਿ ਜਿਹੜਾ ਸਾਡਾ ਦੇਸ਼ ਹੈ ਇਹ ਬਰਬਾਦ ਹੋ ਚੁੱਕਿਆ ਹੈ, ਸਭ ਖਤਮ ਹੋ ਚੁੱਕਿਆ ਹੁਣ ਤੱਕ ਇਹਦੇ ਵਿੱਚ, ਐਬਸੋਲਿਊਟ ਪਿਟਸ ਯਾਨੀ ਸਭ ਖਤਮ ਹੋ ਚੁੱਕਿਆ। ਯੂ ਸੇ ਐਂਡ ਸੇ, ਤੁਸੀਂ ਕਹਿੰਦੇ ਹੋ ਅਤੇ ਕਹਿੰਦੇ ਹੀ ਰਹਿੰਦੇ ਹੋ। ਵਟ ਡੂ ਯੂ ਡੂ ਅਬਾਊਟ ਇਟ, ਤੁਸੀਂ ਆਪ ਕੀ ਕਰਦੇ ਹੋ ਇਹਦੇ ਬਾਰੇ। ਟੇਕ ਅ ਪਰਸਨ ਔਨ ਹਿਜ਼ ਵੇ ਟੂ ਸਿੰਗਾਪੁਰ, ਹੁਣ ਇੱਕ ਜਣਾ ਲੈ ਲਓ ਕੋਈ ਜਿਹੜਾ ਸਿੰਗਾਪੁਰ ਜਾ ਰਿਹਾ। ਗਿਵ ਹਿਮ ਅ ਨੇਮ, ਉਹਨੂੰ ਇੱਕ ਨਾਮ ਦੇ ਦਿਓ। ਯੋਰਸ, ਆਪਣਾ ਹੀ ਦੇ ਦੇਵੋ। ਗਿਵ ਹਿਮ ਅ ਫੇਸ, ਉਹਨੂੰ ਇੱਕ ਚਿਹਰਾ ਦਿਓ, ਇਮੈਜਿਨ ਕਰੋ ਉਹਨੂੰ। ਯੋਰਸ, ਆਪਣੇ ਆਪ ਨੂੰ ਹੀ ਇਮੈਜਿਨ ਕਰ ਲਓ। ਯੂ ਵਾਕ ਆਊਟ ਆਫ ਦ ਏਅਰਪੋਰਟ ਐਂਡ ਯੂ ਆਰ ਐਟ ਯੂਅਰ ਇੰਟਰਨੈਸ਼ਨਲ ਬੈਸਟ, ਤੁਸੀਂ ਉਹਨਾਂ ਦੇ ਏਅਰਪੋਰਟ ਤੋਂ ਬਾਹਰ ਜਾਂਦੇ ਹੋ ਅਤੇ ਪਰਾਈ ਕੰਟਰੀ 'ਚ ਪਹੁੰਚ ਕੇ ਤੁਸੀਂ ਆਪਣੇ ਆਪ ਨੂੰ ਉੱਥੇ ਬੈਸਟ ਸਾਬਿਤ ਕਰਦੇ ਹੋ। ਇਨ ਸਿੰਗਾਪੁਰ ਯੂ ਡੋਂਟ ਥਰੋ ਲਿਟਰ ਔਨ ਦ ਰੋਡਸ ਔਰ ਈਟ ਇਨ ਦ ਸਟੋਰਸ, ਸਿੰਗਾਪੁਰ 'ਚ ਪਹੁੰਚ ਕੇ ਤੁਸੀਂ ਸੜਕਾਂ 'ਤੇ ਖਲਾਰਾ ਨਹੀਂ ਪਾਉਂਦੇ, ਕੂੜਾ ਨਹੀਂ ਸੁੱਟਦੇ, ਅਤੇ ਨਾ ਹੀ ਤੁਸੀਂ ਉੱਧਰ ਸਟੋਰਸ ਵਿੱਚ ਜਾ ਕੇ ਕੁਝ ਖਾਂਦੇ ਪੀਂਦੇ ਹੋ। ਯੂ ਆਰ ਸੋ ਪ੍ਰਾਊਡ ਆਫ ਦੇਅਰ ਅੰਡਰਗਰਾਊਂਡ ਲਿੰਕਸ ਐਜ਼ ਦੇ ਆਰ, ਉਹਨਾਂ ਦੇ ਅੰਡਰਗਰਾਊਂਡਸ ਲਿੰਕ ਨੂੰ ਦੇਖ ਕੇ ਤੁਸੀਂ ਇੰਨਾ ਪ੍ਰਾਊਡ ਫੀਲ ਕਰਦੇ ਹੋ ਜਿੰਨਾ ਕਿ ਉਹ ਦੂਸਰੀ ਕੰਟਰੀ ਵਾਲੇ ਖੁਦ ਕਰਦੇ ਆ। ਤੁਸੀਂ ਉਹਨਾਂ ਦੇ ਪ੍ਰਾਊਡ ਨਾਲ ਖੁਦ ਆਪਣੇ ਆਪ ਨੂੰ ਪ੍ਰਾਊਡ ਫੀਲ ਕਰਦੇ ਹੋ, ਜਿਵੇਂ ਕਿ ਉਹ ਤੁਹਾਡੀ ਆਪਣੀ ਹੀ ਕੰਟਰੀ ਹੁੰਦੀ ਹੈ। ਯੂ ਪੇ $5 ਟੂ ਡਰਾਈਵ ਥਰੂ ਔਰਚਰਡ ਰੋਡ, ਇਕੁਇਵਲੈਂਟ of Mahim Causeway or Pedder Road between 5 PM and 8 PM, 5 ਤੋਂ 8 ਵਜੇ ਤੱਕ ਤੁਸੀਂ ਉੱਥੇ ਇੰਨਾ ਜਗ੍ਹਾ 'ਤੇ ਜਿਹੜੀ ਇਹਨਾਂ ਨੇ ਦੱਸੀ ਇੱਥੇ ਜਾਣਾ ਹੋਏ ਅਤੇ ਉੱਥੇ ਤੁਸੀਂ $5 ਦਿੰਦੇ ਹੋ। ਯੂ ਕਮ ਬੈਕ ਟੂ ਦ ਪਾਰਕਿੰਗ ਲੋਟ ਟੂ ਪੰਚ ਯੂਅਰ ਪਾਰਕਿੰਗ ਟਿਕਟ ਇਫ ਯੂ ਹੈਵ ਓਵਰਸਟੇਡ ਇਨ ਅ ਰੈਸਟੋਰੈਂਟ ਔਰ ਅ ਸ਼ਾਪਿੰਗ ਮਾਲ ਇਰਰਿਸਪੈਕਟਿਵ ਆਫ ਯੂਅਰ ਸਟੇਟਸ ਆਈਡੈਂਟੀਟੀ, ਪਰ ਜੇ 5 ਤੋਂ 8 ਵਜੇ ਤੋਂ ਤੁਹਾਨੂੰ ਜ਼ਿਆਦਾ ਦੇਰ ਉੱਥੇ ਰਹਿਣਾ ਪੈ ਜੇ ਤਾਂ ਫਿਰ ਤੁਹਾਨੂੰ ਵਾਪਸ ਆ ਕੇ ਪਾਰਕਿੰਗ ਲੋਟ ਤੋਂ ਦੁਬਾਰਾ ਤੋਂ ਟਿਕਟ ਲੈਣੀ ਪੈਂਦੀ ਹੈ ਉੱਥੇ ਓਵਰਸਟੇ ਕਰਨ ਦੇ ਲਈ। ਠੀਕ ਹੈ, ਉਦੋਂ ਤੁਹਾਡੀ ਸਟੇਟਸ ਆਈਡੈਂਟੀਟੀ ਨਹੀਂ ਦੇਖੀ ਜਾਂਦੀ ਪਰਾਈ ਕੰਟਰੀ 'ਚ, ਜਿਵੇਂ ਕਿ ਇੰਡੀਆ ਵਿੱਚ ਹੁੰਦਾ ਹੈ ਕਿ ਤੁਸੀਂ ਆਪਣਾ ਸਟੇਟਸ ਦਿਖਾ ਦਿੰਦੇ ਹੋ ਕਿ ਮੈਂ ਤਾਂ ਉਹਦਾ ਰਿਲੇਟਿਵ ਹਾਂ, ਮੈਂ ਇਸ ਲੀਡਰ ਨੂੰ ਜਾਣਦਾ, ਮੈਂ ਉਸ ਲੀਡਰ ਨੂੰ ਜਾਣਦਾ। ਬਾਹਰਲੀ ਕੰਟਰੀ 'ਚ ਇਹ ਚੀਜ਼ਾਂ ਨਹੀਂ ਚੱਲਦੀਆਂ। ਇਨ ਸਿੰਗਾਪੁਰ ਯੂ ਡੋਂਟ ਸੇ ਐਨੀਥਿੰਗ, ਉੱਥੇ ਜਾ ਕੇ ਤੁਸੀਂ ਕੁਛ ਵੀ ਨਹੀਂ ਬੋਲੋਗੇ ਕਿ ਮੈਂ ਇਹ ਹਾਂ, ਮੈਂ ਉਹ ਹਾਂ ਅਤੇ ਮੇਰੇ ਤੋਂ ਆ ਚਾਰਜਸ ਨਾ ਲਓ। ਡੂ ਯੂ, ਕੀ ਤੁਸੀਂ ਕਹੋਗੇ। ਯੂ ਵੋਂਟ ਡੇਅਰ ਟੂ ਈਟ ਇਨ ਪਬਲਿਕ ਡਿਊਰਿੰਗ ਰਮਦਾਨ ਇਨ ਦੁਬਈ, ਜੇ ਤੁਸੀਂ ਦੁਬਈ ਜਾਂਦੇ ਹੋ ਅਤੇ ਰਮਦਾਨ ਦੇ ਦਿਨਾਂ ਦੇ ਵਿੱਚ ਤੁਸੀਂ ਪਬਲਿਕਲੀ ਕੁਛ ਵੀ ਖਾ ਪੀ ਨਹੀਂ ਸਕਦੇ। ਯੂ ਵੁੱਡ ਨਾਟ ਡੇਅਰ ਟੂ ਗੋ ਆਊਟ ਵਿਦਆਊਟ ਯੂਅਰ ਹੈਡ ਕਵਰਡ ਇਨ ਜਿਦਾਹ, ਹੁਣ ਜਿਦਾਹ ਇੱਕ ਜਗ੍ਹਾ ਹੈ ਸਾਊਦੀ ਅਰੇਬੀਆ ਵਿੱਚ, ਉੱਥੇ ਹੈੱਡ ਕਵਰ ਕਰਨਾ ਕੰਪਲਸਰੀ ਆ,
ਤੇ ਉੱਥੇ ਤੁਸੀਂ ਬਿਨਾਂ ਹੈੱਡ ਕਵਰ ਕਰੇ ਘਰ ਤੋਂ ਬਾਹਰ ਨਿਕਲ ਹੀ ਨਹੀਂ ਸਕਦੇ। ਤੁਸੀਂ ਪ੍ਰੋਪਰਲੀ ਉਹਨਾਂ ਦੇ ਰੂਲਸ ਫੋਲੋ ਕਰੋਗੇ। You would not dare to buy an employee of the telephone exchange in London at £10 a month to see to it that my STD and ISD calls are billed to someone else। ਤੁਸੀਂ ਕਿਸੇ ਟੈਲੀਫੋਨ ਚੇਂਜ ਲੰਡਨ ਦੇ ਕਿਸੇ ਟੈਲੀਫੋਨ ਐਕਸਚੇਂਜ ਦੇ EMPLOYEE ਨੂੰ 10 ਪਾਉਂਡ ਦੇ ਕੇ ਇੱਦਾਂ ਨਹੀਂ ਕਹਿ ਸਕਦੇ ਕਿ ਜਰਾ ਧਿਆਨ ਰੱਖੀ ਜਿਹੜੀਆਂ ਮੇਰੀਆਂ STD ਤੇ ISD ਕਾਲ ਹੈ ਨਾ ਉਹ ਕਿਸੇ ਹੋਰ ਦੇ ਬਿੱਲ 'ਚ ਪਾ ਦੇਈ। ਤੁਸੀਂ ਲੰਡਨ ਵਿੱਚ ਇਹ ਨਹੀਂ ਕਰ ਸਕਦੇ। You would not dare to speed beyond 55 mph in Washington and then tell the traffic cop, जानता है मैं कौन हूँ? Do you know who I am? I am so and so's son. Take your $2 and get lost। ਜੇ ਤੁਸੀਂ ਵਾਸ਼ਿੰਗਟਨ ਦੇ ਵਿੱਚ ਸਪੀਡ ਤੋਂ ਜ਼ਿਆਦਾ ਲਿਮਿਟ 'ਚ ਤੁਸੀਂ ਡਰਾਈਵ ਕਰਦੇ ਪਏ ਹੋ ਤੇ ਤੁਹਾਡੀ ਇਹ ਹਿੰਮਤ ਨਹੀਂ ਹੋਏਗੀ ਕਹਿਣ ਦੀ ਜਦੋਂ ਤੁਹਾਨੂੰ ਟ੍ਰੈਫਿਕ ਕੌਪ ਚਲਾਨ ਕਰੇਗਾ ਤੇ ਤੁਸੀਂ ਉੱਥੇ ਇਹ ਨਹੀਂ ਕਹਿ ਸਕਦੇ ਕਿ जानता है मैं कौन हूँ ਤੇ ਆਪਣੇ 2 ਬਕਸ ਚੱਕ ਤੇ ਦਫਾ ਹੋ, ਗੈਟ ਲੋਸਟ ਮਤਲਬ ਦਫਾ ਹੋ, ਚੱਲਦਾ ਬਣ। ਇਹ ਕਹਿਣ ਦੀ ਤੁਹਾਡੀ ਉੱਥੇ ਹਿੰਮਤ ਨਹੀਂ ਹੋਏਗੀ। ਲੇਕਿਨ ਇੰਡੀਆ ਵਿੱਚ ਬੜੇ ਆਰਾਮ ਨਾਲ ਆਦਤ ਪਈ ਹੋਈ ਹੈ ਆਪਣੀ ਜਾਨ ਪਛਾਣ ਦਿਖਾਉਣ ਦੀ। You won't chuck an empty coconut shell anywhere other than the garbage pail on the beaches in Australia and New Zealand। ਜੇ ਤੁਸੀਂ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਬੀਚਸ 'ਤੇ ਹੋ ਨਾ ਤੇ ਤੁਹਾਡੀ ਹਿੰਮਤ ਨਹੀਂ ਹੋਏਗੀ ਕਿ ਤੁਸੀਂ ਕੋਕੋਨਟ ਸ਼ੈਲ ਜਿਹੜਾ ਤੁਸੀਂ ਪਾਣੀ ਪੀਤਾ ਹੈ ਉਹਨੂੰ ਤੁਸੀਂ ਇੱਧਰ ਉੱਧਰ ਐਵੇਂ ਹੀ ਸੁੱਟ ਦਿਓ। ਤੁਸੀਂ ਉਹਨੂੰ ਗਾਰਬੇਜ ਪੇਲ ਦੇ ਵਿੱਚ ਹੀ ਸੁੱਟੋਗੇ, ਕੂੜੇ ਵਾਲੀ ਬਾਲਟੀ ਦੇ ਵਿੱਚ। ਵਾਈ ਡੋਂਟ ਯੂ ਸਪਿਟ ਪਾਨ ਔਨ ਦਾ ਸਟਰੀਟ ਆਫ ਟੋਕਿਓ। ਤੇ ਜੇ ਤੁਸੀਂ ਬਾਈ ਚਾਂਸ ਟੋਕਿਓ ਚਲੇ ਜਾਂਦੇ ਹੋ ਤੁਸੀਂ ਉੱਥੇ ਗਲੀਆਂ 'ਚ ਪਾਨ ਕਿਉਂ ਨਹੀਂ ਸੁੱਟਦੇ? ਪਾਨ ਵਾਲਾ ਥੁੱਕ ਜਿਹੜੀ ਆ, ਸਪਿਟ ਮਤਲਬ ਥੁੱਕਣਾ, ਉੱਥੇ ਤੁਸੀਂ ਨਹੀਂ ਥੁੱਕੋਗੇ। ਵਾਈ ਡੋਂਟ ਯੂ ਯੂਜ਼ ਐਗਜ਼ਾਮੀਨੇਸ਼ਨ ਜੋਕੀਜ਼ ਔਰ ਬਾਏ ਫੇਕ ਸਰਟੀਫਿਕੇਟਸ ਇਨ ਬੋਸਟਨ। ਤੁਸੀਂ ਬੋਸਟਨ ਦੇ ਵਿੱਚ ਜਾ ਕੇ ਜਿਵੇਂ ਇੰਡੀਆ ਵਿੱਚ ਹੁੰਦਾ ਹੈ ਕਿ ਆਪਣੀ ਜਗ੍ਹਾ ਕਿਸੇ ਹੋਰ ਨੂੰ ਬਿਠਾ ਕੇ ਐਗਜ਼ਾਮੀਨੇਸ਼ਨ ਦੇ ਦਿੰਦੇ ਆ ਜਾਂ ਫੇਕ ਸਰਟੀਫਿਕੇਟਸ ਬਣਵਾ ਲੈਂਦੇ ਆ, ਤੁਸੀਂ ਬੋਸਟਨ 'ਚ ਨਹੀਂ ਕਰ ਸਕਦੇ। ਕੀ ਕਰ ਸਕਦੇ ਹੋ? ਵੀ ਆਰ ਸਟਿਲ ਟਾਕਿੰਗ ਆਫ ਦ ਸੇਮ ਯੂ। ਅਸੀਂ ਹਜੇ ਵੀ ਉਸੇ ਤੁਹਾਡੀ ਗੱਲ ਕਰ ਰਹੇ ਹਾਂ। ਯੂ who can respect and conform to a foreign system in other countries but cannot in your own। ਤੁਸੀਂ ਜਿਹੜੇ ਕਿ ਬਾਹਰ ਦੀ ਕੰਟਰੀ ਦਾ ਵਧੀਆ ਸਿਸਟਮ ਦੇਖ ਕੇ ਉਹਦੇ ਨਾਲ ਐਗਰੀ ਕਰ ਸਕਦੇ ਹੋ ਅਤੇ ਉਹਨੂੰ ਬਹੁਤ ਇੰਜੋਏ ਕਰ ਸਕਦੇ ਹੋ, ਉਹਨਾਂ ਦੀ ਪ੍ਰੇਜ਼ ਕਰ ਸਕਦੇ ਹੋ, ਲੇਕਿਨ ਆਪਣੀ ਕੰਟਰੀ ਦੇ ਵਿੱਚ ਇੱਦਾਂ ਨਹੀਂ ਕਰ ਸਕਦੇ। ਯੂ who will throw papers and garbage on the road the moment you touch Indian ground। ਤੁਸੀਂ ਜਿਹੜੇ ਕਿ ਇੰਡੀਅਨ ਗਰਾਊਂਡ ਨੂੰ ਟੱਚ ਕਰਦਿਆਂ ਸਾਰ ਹੀ ਉੱਥੇ ਪੇਪਰ ਅਤੇ ਕੂੜਾ ਸੁੱਟਣਾ ਸ਼ੁਰੂ ਕਰ ਦਿੰਦੇ ਹੋ। ਇਫ ਯੂ ਕੈਨ ਬੀ ਐਨ ਇਨਵੋਲਵਡ ਐਂਡ ਐਪਰੀਸ਼ੀਏਟਿਵ ਸਿਟੀਜ਼ਨ ਇਨ ਐਨ ਏਲੀਅਨ ਕੰਟਰੀ। ਹੁਣ ਏਲੀਅਨ ਕੰਟਰੀ ਦਾ ਮਤਲਬ ਹੈ ਪਰਾਇਆ ਦੇਸ਼, ਦੂਸਰਾ ਜਿਹੜਾ ਕਿ ਸਾਡਾ ਨਹੀਂ ਹੈ, ਏਲੀਅਨ ਆ। ਜੇ ਤੁਸੀਂ ਉੱਥੇ ਇੱਕ ਐਪਰੀਸ਼ੀਏਟਿਵ ਸਿਟੀਜ਼ਨ ਵਾਂਗੂ ਰਹਿ ਸਕਦੇ ਹੋ ਦੂਸਰੀ ਕੰਟਰੀ 'ਚ ਜਾ ਕੇ, ਵਾਈ ਕੈਨ ਨਾਟ ਯੂ ਬੀ ਦ ਸੇਮ ਹੇਅਰ ਇਨ ਇੰਡੀਆ। ਤੁਸੀਂ ਇੰਡੀਆ ਵਿੱਚ ਸੇਮ ਉਸੇ ਤਰ੍ਹਾਂ ਦੇ ਬਣ ਕੇ ਕਿਉਂ ਨਹੀਂ ਰਹਿ ਸਕਦੇ?